TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਆਦਬ ਸਹਿਤ ਸਤਿ ਸ਼੍ਰੀ ਅਕਾਲ। ਆਪ ਸਭਨਾਂ ਦਾ ਪ੍ਰੋਗਰਾਮ ਦਾ ਬੈਨੀਪਾਲ ਸ਼ੋਅ ਵਿੱਚ ਨਿੱਘਾ ਸਵਾਗਤ ਅਤੇ ਨਾਲ ਹੀ ਸਰਬੰਸ ਦਾਨੀ ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਆਪ ਸਭਨਾਂ ਨੂੰ ਲੱਖ ਲੱਖ ਮੁਬਾਰਕਾਂ। ਆਓ ਅੱਜ ਖਬਰਾਂ ਕਿਹੜੀਆਂ ਨੇ, ਸਭ ਤੋਂ ਪਹਿਲਾਂ ਉਹਨਾਂ ਵੱਲ ਸੰਖੇਪ ਦੇ ਵਿੱਚ ਨਜ਼ਰਾਂ ਮਾਰੀਏ। ਬਾਈਡਨ ਨੇ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਵਜੋਂ ਚੁੱਕੀ ਸਹੁੰ। ਬਾਈਡਨ ਪਲਟ ਸਕਦੇ ਨੇ ਟਰੰਪ ਦੇ ਕਈ ਵੱਡੇ ਫੈਸਲੇ। ਕੰਗਣਾ ਦੇ ਟਵਿੱਟਰ ਅਕਾਊਂਟ ਤੇ ਲੱਗੀ ਅਸਥਾਈ ਰੋਕ। 10ਵੇਂ ਗੇੜ ਦੀ ਮੀਟਿੰਗ ਵਿੱਚ ਕਿਸਾਨਾਂ ਨੇ ਚੁੱਕੇ ਕਈ ਅਹਿਮ ਮੁੱਦੇ। ਕਿਸਾਨਾਂ ਨਾਲ ਮੀਟਿੰਗ ਤੋਂ ਬਾਅਦ ਤੋਮਰ ਨੇ ਕਿਹਾ ਕਿਸਾਨ ਪ੍ਰਸਤਾਵ ਤੇ ਕਰਨ ਗੌਰ। 26 ਜਨਵਰੀ ਦੀ ਪਰੇਡ, ਦਿੱਲੀ ਪੁਲਿਸ ਨਾਲ ਬੈਠਕ ਬੇਸਿੱਟਾ। ਕਿਸਾਨ ਅੰਦੋਲਨ ਦੀ ਭੇਂਟ ਚੜ੍ਹੀਆਂ ਅੱਜ ਕਈ ਹੋਰ ਜਾਨਾਂ ਅਤੇ ਸਿੰਘੂ ਸਰਹੱਦ ਤੇ ਇੱਕ ਆੜ੍ਹਤੀਏ ਨੇ ਵੀ ਤੋੜਿਆ ਦਮ। ਦੋਸਤੋ, ਇਹਨਾਂ ਖਬਰਾਂ ਨੂੰ ਆਧਾਰ ਬਣਾਵਾਂਗੇ, ਇਹਨਾਂ ਖਬਰਾਂ ਦੇ ਉੱਤੇ ਵਿਸਥਾਰ ਨਾਲ ਚਰਚਾ ਕਰਾਂਗੇ। ਭਾਵੇਂ ਹੁੰਦੀਆਂ ਖਬਰਾਂ ਨੇ, ਪਰ ਗੱਲਬਾਤ ਦੇ ਰੂਪ ਵਿੱਚ, ਵਿਚਾਰ ਚਰਚਾ ਦੇ ਰੂਪ ਵਿੱਚ ਤੁਹਾਡੇ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਜੇਕਰ ਤੁਹਾਨੂੰ ਇਸ ਚੈਨਲ ਦੇ ਉੱਤੇ ਪ੍ਰੋਗਰਾਮ ਦੇਖਣੇ ਚੰਗੇ ਲੱਗਦੇ ਆ ਪਰ ਹਾਲੇ ਤੱਕ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲਿਓ, ਤੁਹਾਡੇ ਧੰਨਵਾਦੀ ਹੋਵਾਂਗੇ। ਆਓ ਸਭ ਤੋਂ ਪਹਿਲੀ ਅਤੇ ਅਹਿਮ ਖਬਰ ਵੱਲ ਨਜ਼ਰ ਮਾਰੀਏ। 3 ਨਵੰਬਰ ਸਾਲ 2020 ਦੇ ਵਿੱਚ ਅਮਰੀਕਾ ਦੇ ਵਿੱਚ ਰਾਸ਼ਟਰਪਤੀ ਚੋਣ ਹੁੰਦੀ ਹੈ। ਚੋਣ ਤੋਂ ਬਾਅਦ ਚੋਣਾਂ ਦੇ ਨਤੀਜਿਆਂ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਉਸ ਵਕਤ ਦੇ ਡੋਨਲਡ ਟਰੰਪ ਲਗਾਤਾਰ ਆਖਦੇ ਰਹੇ ਕਿ ਚੋਣ ਮੈਂ ਜਿੱਤੇ ਹਾਂ। ਚੋਣਾਂ ਦੇ ਵਿੱਚ ਧਾਂਦਲੀਆਂ ਹੋਈਆਂ ਨੇ। ਅਮਰੀਕਾ ਦੇ ਕਈ ਸੂਬਿਆਂ ਦੀਆਂ ਅਦਾਲਤਾਂ ਦੇ ਵਿੱਚ ਉਹਨਾਂ ਨੇ ਕੇਸ ਪਾਏ, ਪਰ ਹਰ ਇੱਕ ਅਦਾਲਤ ਨੇ ਉਹਨਾਂ ਦੇ ਪੱਲੇ ਨਿਰਾਸ਼ਾ ਪਾਈ। ਆਖਰ ਤੱਕ ਆਪਣੀ ਹਾਰ ਨਹੀਂ ਸਵੀਕਾਰੀ। ਹੁਣ ਕੱਲ੍ਹ ਜਾਂਦੇ ਜਾਂਦੇ ਫਿਰ ਆਖ ਗਏ ਨੇ ਕਿ ਭਾਵੇਂ ਮੈਂ ਹੁਣ ਮੁਬਾਰਕਤਾਂ ਦੇ ਰਿਹਾ ਜੋ ਬਾਈਡਨ ਨੂੰ ਤੇ ਮੈਂ ਵਾਈਟ ਹਾਊਸ ਛੱਡ ਕੇ ਵੀ ਜਾ ਰਿਹਾ, ਪਰ ਬੜੀ ਜਲਦ ਅਮਰੀਕਾ ਦੇ ਲੋਕਾਂ ਨੂੰ ਫਿਰ ਮਿਲਾਂਗਾ। ਉਮੀਦ ਕੀਤੀ ਜਾ ਰਹੀ ਹੈ। ਜਿਹੜੇ ਸਿਆਸੀ ਪੰਡਤ ਨੇ ਉਹ ਇਸ ਵਕਤ ਕਿਆਸ ਕਰ ਰਹੇ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਡੋਨਲਡ ਟਰੰਪ ਇੱਕ ਨਵੀਂ ਪਾਰਟੀ ਦਾ ਗਠਨ ਕਰ ਸਕਦੇ ਹੈ ਅਤੇ 4 ਸਾਲਾਂ ਤੋਂ ਬਾਅਦ ਆਪਣੀ ਨਵੀਂ ਪਾਰਟੀ ਦੇ ਝੰਡੇ ਦੇ ਹੇਠ ਚੋਣਾਂ ਦੇ ਮੈਦਾਨ ਵਿੱਚ ਫਿਰ ਨਿੱਤਰ ਸਕਦੇ ਹੈ। ਚਲੋ ਖੈਰ, ਭਵਿੱਖ ਦੀਆਂ ਗੱਲਾਂ ਨੇ। ਅੱਜ ਗੱਲ ਕਰੀਏ 20 ਜਨਵਰੀ ਦੇ ਇਤਿਹਾਸਕ ਦਿਨ ਦੀ। ਅੱਜ ਅਮਰੀਕਾ ਦੇ 46ਵੇਂ ਰਾਸ਼ਟਰਪਤੀ ਦੇ ਰੂਪ ਵਿੱਚ ਸੱਤਾ ਸੰਭਾਲ ਲਈ ਹੈ ਜੋ ਬਾਈਡਨ ਨੇ। ਬਾਈਡਨ ਨੂੰ ਚੀਫ ਜਸਟਿਸ ਜੌਨ ਜੀ ਰੌਬਰਟਸ ਜੂਨੀਅਰ ਨੇ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁਕਾਈ। ਸਖਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ। ਉਹਨਾਂ ਸਖਤ ਸੁਰੱਖਿਆ ਪ੍ਰਬੰਧਾਂ ਦੇ ਅਧੀਨ ਹੀ ਬਾਈਡਨ ਨੇ 46ਵੇਂ ਰਾਸ਼ਟਰਪਤੀ ਦੀ ਸਹੁੰ ਚੁੱਕ ਲਈ। ਅਮਰੀਕਾ ਦੇ ਜਿਹੜੇ ਚੀਫ ਜਸਟਿਸ ਨੇ ਉਹਨਾਂ ਨੇ ਸਹੁੰ ਚੁਕਾਈ ਹੈ ਅਤੇ ਬਾਈਡਨ ਨੇ ਸਹੁੰ ਚੁੱਕਣ ਵਕਤ 100 ਸਾਲ ਪੁਰਾਣੀ ਬਾਈਬਲ ਤੇ ਹੱਥ ਰੱਖ ਕੇ ਸਹੁੰ ਚੁੱਕੀ। 78 ਵਰ੍ਹਿਆਂ ਦੇ ਬਾਈਡਨ ਸਭ ਤੋਂ ਵਡੇਰੀ ਉਮਰ ਦੇ ਰਾਸ਼ਟਰਪਤੀ ਬਣਨ ਵਾਲੇ ਅਮਰੀਕੀ ਰਾਸ਼ਟਰਪਤੀ ਬਣ ਕੇ ਇਤਿਹਾਸ ਰਚਿਆ। ਇਹਦੇ ਨਾਲ ਹੀ ਬਾਈਡਨ ਤੋਂ ਪਹਿਲਾਂ ਅਮਰੀਕਾ ਦੀ ਪਹਿਲੀ ਸ਼ਿਆ ਫਾਰਮ ਉਪ ਰਾਸ਼ਟਰਪਤੀ ਚੁਣੀ ਗਈ ਭਾਰਤੀ ਮੂਲ ਦੀ ਕਮਲਾ ਹੈਰਿਸ ਨੂੰ ਸੁਪਰੀਮ ਕੋਰਟ ਦੀ ਜਸਟਿਸ ਸੋਨੀਆ ਸਟੋਮਾਉਰ ਨੇ ਸਹੁੰ ਚੁਕਾਈ ਤੇ ਹੈਰਿਸ ਦੀ ਸਹੁੰ ਚੁੱਕਣ ਦੇ ਲਿਹਾਜ਼ ਨਾਲ ਉਹ ਵੀ ਇਤਿਹਾਸਕ ਰਹੀ, ਕਿਉਂਕਿ ਪਹਿਲੀ ਇੱਕੋ ਔਰਤ, ਪਹਿਲੀ ਦੱਖਣੀ ਏਸ਼ੀਆਈ ਤੇ ਪਹਿਲੀ ਸ਼ਿਆ ਫਾਰਮ ਔਰਤ ਅਮਰੀਕਾ ਦੇ ਵਿੱਚ ਉਪ ਰਾਸ਼ਟਰਪਤੀ ਬਣੇ ਹੈ। ਅਤੇ ਨਾਲ ਹੀ ਇੱਕ ਹੋਰ ਇਤਿਹਾਸ ਕਿ ਉਹਨਾਂ ਨੂੰ ਸਹੁੰ ਚੁਕਾਉਣ ਵਾਲੀ ਜਸਟਿਸ ਜੱਜ ਉਹ ਵੀ ਪਹਿਲੀ ਲਾਤੀਨੀ ਅਮਰੀਕੀ ਜੱਜ। ਸੋਟੋਮਾਯੋਰ ਦੀ ਚੋਣ ਹੈਰਿਸ ਨੇ ਖੁਦ ਕੀਤੀ ਸੀ ਕਿ ਉਹ ਮੈਨੂੰ ਸਹੁੰ ਚੁਕਾਉਣ, ਕਿਉਂਕਿ ਦੋਵਾਂ ਨੇ ਇਕੱਠਿਆਂ ਨੇ ਵਕਾਲਤ ਕੀਤੀ ਸੀ। ਖਾਸ ਗੱਲ ਇਹ ਰਹੀ ਕਿ ਸਹੁੰ ਚੁੱਕਣ ਤੋਂ ਪਹਿਲਾਂ ਹੀ ਡੋਨਲਡ ਟਰੰਪ ਵਾਈਟ ਹਾਊਸ ਨੂੰ ਛੱਡ ਕੇ ਚਲੇ ਗਏ। ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਉਪ ਰਾਸ਼ਟਰਪਤੀ ਮਾਈਕ ਪੈਂਸ ਨੇ ਸਾਰੀਆਂ ਪਰੰਪਰਾਵਾਂ ਨਿਭਾਈਆਂ। ਸਹੁੰ ਚੁੱਕਣ ਦੌਰਾਨ ਸਾਬਕਾ ਰਾਸ਼ਟਰਪਤੀ ਜਾਰਜ ਡਬਲਿਊ ਬੁਸ਼, ਬਰਾਕ ਓਬਾਮਾ, ਬਿਲ ਕਲਿੰਟਨ, ਰਿਪਬਲਿਕਨ ਲੀਡਰ ਮੈਕਾਰਥੀ ਅਤੇ ਮੈਕੋਨਲ ਮੌਜੂਦ ਰਹੇ। ਬਾਈਡਨ ਨੇ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਗੱਲ ਆਖੀ ਤੇ ਇਹਦੀ ਮਿਸਾਲ ਵੀ ਅੱਜ ਸਵੇਰੇ ਉਸ ਵਕਤ ਨਜ਼ਰ ਆਈ ਜਦੋਂ ਉਹਨਾਂ ਨੇ ਦੋਵਾਂ ਰਿਪਬਲਿਕਨ ਆਗੂਆਂ ਨੂੰ, ਮੈਕਾਰਥੀ ਤੇ ਮੈਕੋਨਲ ਸਮੇਤ ਆਲਾ ਆਗੂਆਂ ਨੂੰ ਚਰਚ ਦੀ ਪ੍ਰਾਰਥਨਾ ਸਭਾ ਦੇ ਵਿੱਚ ਸ਼ਾਮਲ ਹੋਣ ਦਾ ਖੁਦ ਸੱਦਾ ਦਿੱਤਾ। ਦੱਸਣਾ ਬਣਦਾ ਹੈ ਕਿ ਜੋ ਬਾਈਡਨ ਨੇ ਰਾਸ਼ਟਰਪਤੀ ਚੋਣਾਂ ਦੇ ਵਿੱਚ ਰਿਪਬਲਿਕਨ ਪਾਰਟੀ ਵੱਲੋਂ ਦੂਸਰੀ ਵਾਰ ਚੋਣ ਲੜ ਰਹੇ ਡੋਨਲਡ ਟਰੰਪ ਨੂੰ ਵੱਡੇ ਫਰਕ ਨਾਲ ਹਰਾ ਦਿੱਤਾ ਸੀ। 1992 ਦੇ ਵਿੱਚ ਜਾਰਜ H.W. ਬੁਸ਼ ਤੋਂ ਬਾਅਦ ਦੂਸਰੇ ਕਾਰਜਕਾਲ ਵਾਸਤੇ ਚੋਣ ਹਾਰਨ ਵਾਲੇ ਪਹਿਲੇ ਰਾਸ਼ਟਰਪਤੀ ਟਰੰਪ
78 ਸਾਲਾ ਜੋ ਬਾਈਡਨ ਤਕਰੀਬਨ 50 ਸਾਲਾਂ ਤੋਂ ਅਮਰੀਕਾ ਦੀ ਰਾਜਨੀਤੀ ਵਿੱਚ ਸਰਗਰਮ ਹੈ। ਉਹ ਬਰਾਕ ਓਬਾਮਾ ਦੇ ਕਾਰਜਕਾਲ ਦੇ ਵਿੱਚ ਅਮਰੀਕਾ ਦੇ ਵਾਈਸ ਪ੍ਰੈਜ਼ੀਡੈਂਟ ਰਹੇ ਨੇ, ਉਪ ਰਾਸ਼ਟਰਪਤੀ ਰਹੇ ਹੈ। ਸਾਬਕਾ ਰਾਸ਼ਟਰਪਤੀ ਓਬਾਮਾ ਅਤੇ ਉਹਨਾਂ ਦੇ ਨਾਲ ਮਿਸ਼ਲ ਓਬਾਮਾ, ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਅਤੇ ਹਿਲੇਰੀ ਕਲਿੰਟਨ, ਇਸੇ ਤਰ੍ਹਾਂ ਜਾਰਜ ਡਬਲਿਊ ਬੁਸ਼ ਅਤੇ ਉਹਨਾਂ ਦੀ ਧਰਮ ਪਤਨੀ ਜੋ ਬਾਈਡਨ ਦੇ ਸਹੁੰ ਚੁੱਕ ਸਮਾਗਮ ਵਿੱਚ ਉਚੇਚੇ ਤੌਰ ਤੇ ਹਾਜ਼ਰ ਰਹੇ। ਟਰੰਪ ਪ੍ਰਸ਼ਾਸਨ ਦੇ ਵਿੱਚ ਉਪ ਰਾਸ਼ਟਰਪਤੀ ਰਹੇ ਮਾਈਕ ਪੈਂਸ ਨੇ ਆਪਣੀ ਪਤਨੀ ਕੈਰਨ ਪੈਂਸ ਦੇ ਨਾਲ ਇਸ ਦੇ ਵਿੱਚ ਸ਼ਮੂਲੀਅਤ ਕੀਤੀ, ਪਰ ਰਾਸ਼ਟਰਪਤੀ ਟਰੰਪ ਇਸ ਸਹੁੰ ਚੁੱਕ ਸਮਾਗਮ ਦੇ ਵਿੱਚ ਸ਼ਾਮਲ ਨਹੀਂ ਹੋਏ। ਨਿਊਯਾਰਕ ਟਾਈਮਜ਼ ਨੇ ਟਰੰਪ ਨੂੰ ਅਮਰੀਕਾ ਦੀ ਲੋਕਤੰਤਰੀ ਪਰੰਪਰਾ ਤੋੜਨ ਵਾਲਾ ਵਿਅਕਤੀ ਦੱਸਿਆ। ਭਾਵੇਂ ਕਿ ਉਪ ਰਾਸ਼ਟਰਪਤੀ ਮਾਈਕ ਪੈਂਸ ਇਸ ਸਮਾਗਮ ਵਿੱਚ ਸ਼ਾਮਲ ਹੋਏ ਹੈ, ਅਮਰੀਕੀ ਲੋਕਤੰਤਰ ਦੇ ਇਤਿਹਾਸ ਦੇ ਵਿੱਚ ਹੁਣ ਤੱਕ ਸਿਰਫ 3 ਰਾਸ਼ਟਰਪਤੀ ਹੈ ਜਿਹੜੇ ਆਪਣੇ ਉੱਤਰਾਧਿਕਾਰੀ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਨਹੀਂ ਸੀ ਹੋਏ। ਸਭ ਤੋਂ ਪਹਿਲਾਂ 1801 ਦੇ ਵਿੱਚ ਜੌਨ ਐਡਮਸ ਉਹ ਸ਼ਾਮਲ ਨਹੀਂ ਸੀ ਹੋਏ। ਉਹ ਦੂਸਰੇ ਰਾਸ਼ਟਰਪਤੀ ਸਨ ਅਮਰੀਕਾ ਦੇ। ਉਹਨਾਂ ਤੋਂ ਬਾਅਦ ਉਹਨਾਂ ਦੇ ਬੇਟੇ 1829 ਵਿੱਚ ਜੌਨ ਕੁਇਨਸੀ ਐਡਮਸ ਉਹ ਵੀ ਨਹੀਂ ਸੀ ਸ਼ਾਮਲ ਹੋਏ, ਅਤੇ 1869 ਦੇ ਵਿੱਚ ਐਂਡਰਿਊ ਜੌਨਸਨ ਸਹੁੰ ਚੁੱਕ ਸਮਾਗਮ ਦੇ ਵਿੱਚ ਸ਼ਾਮਲ ਨਹੀਂ ਸੀ ਹੋਏ। 1869 ਤੋਂ ਬਾਅਦ, ਕਿਉਂਕਿ 1869 ਦੇ ਵਿੱਚ 17ਵੇਂ ਰਾਸ਼ਟਰਪਤੀ ਸਨ ਐਂਡਰਿਊ ਜੌਨਸਨ, ਉਹਨਾਂ ਤੋਂ ਬਾਅਦ ਰਾਸ਼ਟਰਪਤੀ ਟਰੰਪ ਅਜਿਹੇ ਰਾਸ਼ਟਰਪਤੀ ਰਹੇ ਹੈ ਜਿਹੜੇ ਆਪਣੇ ਉੱਤਰਾਧਿਕਾਰੀ ਦੇ ਸਹੁੰ ਚੁੱਕ ਸਮਾਗਮ ਦੇ ਵਿੱਚ ਸ਼ਾਮਲ ਨਹੀਂ ਹੋਏ। ਪਰ ਜਿਹੜੀ ਸੱਤਾ ਸੀ ਉਹ ਸ਼ਾਂਤੀਪੂਰਨ ਤਰੀਕੇ ਨਾਲ ਤਬਦੀਲ ਹੋ ਗਈ ਹੈ। ਆਮ ਤੌਰ ਤੇ ਹੁੰਦਾ ਹੈ ਕਿ ਨਵੇਂ ਚੁਣੇ ਗਏ ਰਾਸ਼ਟਰਪਤੀ ਨੂੰ ਅਮਰੀਕਾ ਦੀ ਰਵਾਇਤ ਦੇ ਮੁਤਾਬਕ ਜਾ ਰਿਹਾ ਰਾਸ਼ਟਰਪਤੀ ਉਹਨਾਂ ਦਾ ਸਵਾਗਤ ਵੀ ਵਾਈਟ ਹਾਊਸ ਦੇ ਵਿੱਚ ਕਰਦਾ ਤੇ ਰਾਸ਼ਟਰਪਤੀ ਦੀ ਕੁਰਸੀ ਤੇ ਵੀ ਉਹਨਾਂ ਨੂੰ ਬਿਠਾਉਂਦਾ। ਪਰ ਇਹ ਅੱਜ ਸਾਰੇ ਕੰਮ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਉਪ ਰਾਸ਼ਟਰਪਤੀ ਉਹਨਾਂ ਦੇ ਕਾਰਜਕਾਲ ਦੇ ਵਿੱਚ ਰਹੇ ਮਾਈਕ ਪੈਂਸ ਨੇ ਕੀਤੇ ਹੈ। ਸੋ ਭਾਵੇਂ ਕੁਝ ਵੀ ਸੀ, ਦੁਨੀਆ ਦੀਆਂ ਨਜ਼ਰਾਂ ਇਸ ਸਮਾਗਮ ਤੇ ਟਿਕੀਆਂ ਰਹੀਆਂ, ਪਰ ਸਹੁੰ ਚੁੱਕ ਸਮਾਗਮ ਸ਼ਾਂਤੀਪੂਰਵਕ ਤਰੀਕੇ ਨਾਲ ਨੇਪਰੇ ਚੜ੍ਹ ਗਿਆ। ਹੁਣ ਤੁਸੀਂ ਇਹ ਦੇਖੋ ਕਿ ਡੋਨਲਡ ਟਰੰਪ ਅਤੇ ਮਿਲਾਨੀਆ ਟਰੰਪ ਵਾਈਟ ਹਾਊਸ ਦੇ ਵਿੱਚੋਂ ਵਿਦਾ ਹੋ ਗਏ ਅਤੇ ਆਖਰੀ ਵਾਰ 에ਅਰਫੋਰਸ ਜਹਾਜ਼ ਦੇ ਵਿੱਚੋਂ ਸਵਾਰ ਹੋਏ। ਡੋਨਲਡ ਟਰੰਪ ਦੱਸਿਆ ਜਾ ਰਿਹਾ ਸੀ ਕਿ ਫਲੋਰੀਡਾ ਵਾਸਤੇ ਇਸ ਸਮਾਗਮ ਤੋਂ ਪਹਿਲਾਂ ਹੀ ਰਵਾਨਾ ਹੋ ਗਏ। ਹੁਣ ਜਦੋਂ ਇਸ ਕਦਰ ਇੱਕ ਦੂਸਰੇ ਦੇ ਵਿਚਕਾਰ ਦੂਰੀਆਂ ਹੋਣ, ਹਾਲਾਂਕਿ ਬਰਾਕ ਓਬਾਮਾ ਤੇ ਟਰੰਪ ਦੇ ਵਿਚਕਾਰ ਕੋਈ ਨੇੜਤਾ ਨਹੀਂ ਸੀ। ਜਦੋਂ ਰਾਸ਼ਟਰਪਤੀ ਅਹੁਦੇ ਦੀ ਚੋਣ ਜਿੱਤ ਗਏ ਸਨ ਬੀਤੇ 4 ਸਾਲ ਪਹਿਲਾਂ, ਉਸ ਵਕਤ ਬਰਾਕ ਓਬਾਮਾ ਨੇ ਉਹਨਾਂ ਨੂੰ ਰਾਸ਼ਟਰਪਤੀ ਭਵਨ ਦੇ ਵਿੱਚ ਤੇ ਵਾਈਟ ਹਾਊਸ ਦੇ ਵਿੱਚ ਬੁਲਾਇਆ ਵੀ ਸੀ, ਉਹਨਾਂ ਦੇ ਨਾਲ ਗੱਲਾਂ ਬਾਤਾਂ ਵੀ ਕੀਤੀਆਂ ਸੀ, ਉਹਨਾਂ ਦਾ ਸਵਾਗਤ ਵੀ ਕੀਤਾ ਸੀ ਅਤੇ ਉਸ ਕੁਰਸੀ ਤੇ ਵੀ ਖੁਦ ਬਿਠਾਇਆ ਸੀ। ਪਰ ਹੁਣ ਉਮੀਦ ਕੀਤੀ ਜਾ ਰਹੀ ਹੈ ਅੱਜ ਦਾ ਦਿਨ ਅਮਰੀਕੀਆਂ ਦੇ ਵਾਸਤੇ ਅਤੇ ਦੁਨੀਆ ਦੇ ਵਾਸਤੇ ਅਹਿਮ ਹੋ ਸਕਦਾ ਹੈ। ਜਦੋਂ ਮੈਂ ਤੁਹਾਡੇ ਲਈ ਇਹ ਖਬਰਾਂ ਰਿਕਾਰਡ ਕਰ ਰਿਹਾ, ਹੋ ਸਕਦਾ ਕਿ ਇਹਦੇ ਤੋਂ ਬਾਅਦ ਕੁਝ ਇੱਕ ਵੱਡੇ ਫੈਸਲੇ ਬਾਈਡਨ ਵੱਲੋਂ ਕਰ ਦਿੱਤੇ ਜਾਣ ਤੇ ਕੱਲ੍ਹ ਦੇ ਪ੍ਰੋਗਰਾਮ ਦੌਰਾਨ ਸ਼ਾਮਲ ਕਰਨ ਦੀ ਕੋਸ਼ਿਸ਼ ਕਰਾਂਗਾ। ਤੇ ਉਮੀਦ ਹੈ ਕਿ ਨਵੇਂ ਰਾਸ਼ਟਰਪਤੀ ਦੀ ਸਹੁੰ ਚੁੱਕਣ ਤੋਂ ਬਾਅਦ ਉਹ ਕੁਝ ਘੰਟਿਆਂ ਦੇ ਅੰਦਰ ਅੰਦਰ ਹੀ ਟਰੰਪ ਵੱਲੋਂ ਲਏ ਗਏ ਕਈ ਫੈਸਲੇ ਪਲਟਾ ਸਕਦੇ ਹੈ। ਉਹਨਾਂ ਵਿੱਚ WHO ਦੇ ਵਿੱਚ ਅਮਰੀਕਾ ਦੁਬਾਰਾ ਵਾਪਸੀ ਕਰ ਸਕਦਾ, ਇਹਦਾ ਐਲਾਨ ਉਹ ਕਰ ਸਕਦੇ ਆ। ਇਹਦੇ ਨਾਲ ਹੀ ਪੈਰਿਸ ਜਲਵਾਯੂ ਸਮਝੌਤੇ ਵਿੱਚ ਵੀ ਅਮਰੀਕਾ ਦੁਬਾਰਾ ਸ਼ਾਮਲ ਹੋ ਸਕਦਾ ਹੈ। ਇਸ ਤੋਂ ਇਲਾਵਾ ਕਈ ਮੁਸਲਿਮ ਮੁਲਕਾਂ ਤੇ ਯਾਤਰਾ ਤੇ ਪਾਬੰਦੀ ਲੱਗੀ ਹੋਈ ਹੈ, ਉਹ ਵੀ ਚੁੱਕੀ ਜਾ ਸਕਦੀ ਹੈ। ਮੈਕਸੀਕੋ ਸਰਹੱਦ ਤੇ ਕੰਧ ਦੀ ਉਸਾਰੀ ਦੇ ਕੰਮ ਤੇ ਵੀ ਬਾਈਡਨ ਰੋਕ ਲਗਾ ਸਕਦੇ ਹੈ। ਤੇ ਇਹਦੇ ਨਾਲ ਨਾਲ ਜਿਸ ਦੇ ਉੱਤੇ ਸਭਨਾਂ ਦੀਆਂ ਨਜ਼ਰਾਂ ਟਿਕੀਆਂ ਰਹੀਆਂ ਨੇ ਉਹ ਇਹ ਹੈ ਕਿ ਗੈਰ ਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਵਾਲਿਆਂ ਨੂੰ ਰੋਕਣ ਲਈ ਟਰੰਪ ਨੇ ਇਹ ਦੀਵਾਰ ਬਣਾਉਣ ਦੇ ਹੁਕਮ ਦਿੱਤੇ ਹੋਏ ਸੀ। ਦੇਖਦੇ ਹਾਂ ਕਿ ਉਹਦੇ ਉੱਤੇ ਅੱਜ ਕੋਈ ਵੱਡਾ ਫੈਸਲਾ ਲੈਂਦੇ ਆ ਕਿ ਨਹੀਂ ਲੈਂਦੇ। ਖਬਰਾਂ ਇਹ ਵੀ ਨੇ ਕਿ ਰਾਸ਼ਟਰਪਤੀ ਬਣਨ ਦੇ ਅੱਜ ਪਹਿਲੇ ਦਿਨ ਹੀ ਘੱਟੋ ਘੱਟ 17 ਕਾਰਜਕਾਰੀ ਹੁਕਮਾਂ ਤੇ ਬਾਈਡਨ ਦਸਤਖਤ ਕਰ ਸਕਦੇ ਹੈ, ਜਿਨ੍ਹਾਂ ਵਿੱਚ 8 ਸਿੱਧੇ ਟਰੰਪ ਦੇ ਫੈਸਲੇ ਉਲਟਾਉਣ ਵਾਲੇ ਹੋਣਗੇ। ਕੋਵਿਡ-19 ਮਹਾਮਾਰੀ ਨੂੰ ਲੈ ਕੇ ਅਮਰੀਕਾ ਨੂੰ ਸੰਬੋਧਨ ਕਰਨਾ ਬਾਈਡਨ ਦੀ ਪਹਿਲੀ ਤਰਜੀਹ ਹੋਣੀ ਹੈ। ਅਮਰੀਕੀਆਂ ਨੂੰ 100 ਦਿਨਾਂ ਤੱਕ ਮਾਸਕ ਪਾਉਣ ਵਾਸਤੇ ਆਖਿਆ ਜਾ ਸਕਦਾ ਹੈ। ਸਰਕਾਰੀ ਦਫ਼ਤਰਾਂ ਵਿੱਚ ਮਾਸਕ ਤੇ ਸਮਾਜਿਕ ਦੂਰੀ ਬਣਾਉਣ ਦੇ ਕਾਰਜਕਾਰੀ ਆਦੇਸ਼ ਅੱਜ ਉਹ ਦੇ ਸਕਦੇ ਹੈ। ਇਸ ਤੋਂ ਇਲਾਵਾ ਪਹਿਲੇ ਦਿਨ ਹੀ ਇਮੀਗ੍ਰੇਸ਼ਨ ਬਿੱਲ ਪੇਸ਼ ਕਰਨ ਦੀ ਵੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਰਿਹਾ, ਜਿਸ ਦੇ ਤਹਿਤ ਅਮਰੀਕਾ ਦੇ ਵਿੱਚ ਬਿਨਾਂ ਕਾਨੂੰਨੀ ਦਰਜੇ ਦੇ ਰਹਿ ਰਹੇ 1 ਕਰੋੜ ਤੇ 10 ਲੱਖ ਤੋਂ ਵੱਧ ਲੋਕਾਂ ਨੂੰ ਨਾਗਰਿਕਤਾ ਮਿਲਣ ਦਾ ਰਸਤਾ ਸਾਫ਼ ਹੋ ਜਾਣਾ ਹੈ। ਇਹਦੇ ਵਿੱਚ ਘੱਟੋ ਘੱਟ 5 ਲੱਖ ਭਾਰਤੀ ਮੂਲ ਦੇ ਲੋਕ ਦੱਸੇ ਜਾ ਰਹੇ ਹੈ, ਜਿਨ੍ਹਾਂ ਨੂੰ
ਉਹਨਾਂ ਦੇ ਇਸ ਆਦੇਸ਼ ਦਾ ਫਾਇਦਾ ਹੋਣ ਵਾਲਾ ਹੈ। ਵੇਖਦੇ ਹਾਂ ਕਿ ਜਿਨ੍ਹਾਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਕੱਚਿਆਂ ਦੀਆਂ ਕਿ ਰਾਸ਼ਟਰਪਤੀ ਅਹੁਦੇ ਦੀ ਸਹੁੰ ਚੁੱਕਦੇ ਸਾਰੀ ਕੋਈ ਇਸ ਤਰ੍ਹਾਂ ਦਾ ਫੈਸਲਾ ਕਰਦੇ ਆ ਜਾਂ ਨਹੀਂ ਕਰਦੇ, ਤੇ ਉਮੀਦ ਕੀਤੀ ਜਾ ਰਹੀ ਹੈ ਕਿ ਆਹ ਕੁਝ ਇੱਕ ਵੱਡੇ ਫੈਸਲੇ ਨੇ ਜਿਨ੍ਹਾਂ ਨੂੰ ਅੱਜ ਉਹ ਪਹਿਲੇ ਦਿਨ ਹੀ ਉਹਨਾਂ ਦਸਤਖਾਂ ਦੇ ਨਾਲ ਹਰੀ ਝੰਡੀ ਦੇ ਸਕਦੇ ਆ। ਹੁਣ ਕੱਲ ਦੇ ਪ੍ਰੋਗਰਾਮ ਦੇ ਵਿੱਚ ਵੀ ਉਚੇਚੇ ਤੌਰ ਤੇ ਜ਼ਿਕਰ ਕਰਾਂਗਾ ਕਿ ਕੀ ਕੁਝ ਉਹ ਕਰ ਗਏ। ਅਗਲੀ ਖਬਰ ਟਵਿੱਟਰ ਦੇ ਨਾਲ ਹੈ, ਕਿਉਂਕਿ ਟਵਿੱਟਰ ਦਾ ਗੂੜਾ ਨਾਤਾ ਟਰੰਪ ਦੇ ਨਾਲ ਵੀ ਰਿਹਾ। ਟਰੰਪ ਦੇ ਉੱਤੇ ਵੀ ਤੁਹਾਨੂੰ ਪਤਾ ਕਿ ਪੱਕੇ ਤੌਰ ਤੇ ਪਾਬੰਦੀ ਲਾ ਦਿੱਤੀ ਸੀ ਟਵਿੱਟਰ ਨੇ, ਪਰ ਅੱਜ ਖਬਰਾਂ ਮਿਲ ਰਹੀਆਂ ਨੇ ਕਿ ਕੰਗਣਾ ਰਣੌਤ ਜਿਹੜੀ ਟਵਿੱਟਰ ਦੇ ਉੱਤੇ ਬਹੁਤ ਭੜਾਸ ਕੱਢਦੀ ਹੈ, ਜਦੋਂ ਤੋਂ ਟਵਿੱਟਰ ਤੇ ਸਰਗਰਮ ਹੋਈ ਹੈ ਨਾ ਕੰਗਣਾ, ਉਦੋਂ ਤੋਂ ਕੋਈ ਨਾ ਕੋਈ ਕੰਗਣਾ ਛਣਕਾਉਂਦੀ ਰਹਿੰਦੀ ਹੈ, ਜਿਸ ਦੇ ਕਾਰਨ ਉਹਨਾਂ ਟਵੀਟ ਤੇ ਉਹ ਖੁਦ ਵਿਵਾਦਾਂ ਦੇ ਵਿੱਚ ਘਿਰ ਜਾਂਦੀ ਹੈ। ਤੇ ਅੱਜ ਕੰਗਣਾ ਰਣੌਤ ਦਾ ਟਵਿੱਟਰ ਖਾਤਾ ਅਸਥਾਈ ਰੂਪ ਨਾਲ ਬੰਦ ਕੀਤਾ ਗਿਆ। ਇਸ ਤੋਂ ਬਾਅਦ ਕੰਗਣਾ ਨੇ ਟਵਿੱਟਰ ਦੇ CEO ਜੈਕ ਨੂੰ ਟੈਗ ਕਰਦਿਆਂ ਉਹਨਾਂ ਲੋਕਾਂ ਨੂੰ ਕਰਾਰਾ ਜਵਾਬ ਦਿੱਤਾ ਹੈ ਜਿਨ੍ਹਾਂ ਨੇ ਉਸ ਦੇ ਟਵਿੱਟਰ ਅਕਾਊਂਟ ਨੂੰ ਬੈਨ ਕਰਵਾਉਣ ਦੀ ਮੰਗ ਕੀਤੀ ਸੀ। ਕੰਗਣਾ ਨੇ ਟਵੀਟ ਕਰਦਿਆਂ ਲਿਖਿਆ ਕਿ ਲਿਬਰਲ ਹੁਣ ਉਹਨਾਂ ਦੇ ਚਾਚਾ ਜੈਕ ਕੋਲ ਜਾ ਕੇ ਰੋਣ ਲੱਗੇ ਤੇ ਮੇਰੇ ਅਕਾਊਂਟ ਨੂੰ ਅਸਥਾਈ ਰੂਪ ਨਾਲ ਬੰਦ ਕਰਵਾਇਆ। ਉਹ ਲੋਕ ਮੈਨੂੰ ਧਮਕਾ ਰਹੇ ਨੇ। ਮੇਰਾ ਅਕਾਊਂਟ ਵਰਚੁਅਲ ਆਇਡੈਂਟੀਟੀ ਕਦੇ ਵੀ ਦੇਸ਼ ਲਈ ਸ਼ਹੀਦ ਹੋ ਸਕਦੀ ਹੈ, ਪਰ ਮੇਰਾ ਰੀਲੋਡਡ ਦੇਸ਼ ਭਗਤ ਵਰਜ਼ਨ ਫਿਲਮਾਂ ਰਾਹੀਂ ਵਾਪਸ ਜ਼ਰੂਰ ਆਵੇਗਾ। ਉਹ ਕਹਿੰਦੇ ਤੁਹਾਡਾ ਜਿਉਣਾ ਮੁਸ਼ਕਲ ਕਰਕੇ ਰਹਾਂਗੀ, ਇਹ ਕੰਗਣਾ ਨੇ ਟਵੀਟ ਕੀਤਾ ਹੈ। ਹਾਲ ਹੀ ਵਿੱਚ ਕੰਗਣਾ ਰਣੌਤ ਨੇ ਸੈਫ ਅਲੀ ਖਾਨ ਦੀ ਵੈਬ ਸੀਰੀਜ਼ ਤਾਂਡਵ ਦੇ ਉਸ ਸੀਨ ਦੇ ਡਾਇਲੌਗ ਤੇ ਨਾਰਾਜ਼ਗੀ ਪ੍ਰਗਟਾਈ ਹੈ ਜਿਸ ਵਿੱਚ ਜੀਸ਼ਾਨ ਆਯੂਬ ਭਗਵਾਨ ਸ਼ਿਵ ਦੇ ਰੂਪ ਵਿੱਚ ਨਜ਼ਰ ਆ ਰਹੇ ਨੇ, ਤੇ ਸਤਿੰਦਰ ਰਾਵਤ ਨਾਂ ਦੇ ਇੱਕ ਯੂਜ਼ਰ ਨੇ ਬੀਜੇਪੀ ਨੇਤਾ ਕਪਲ ਮਿਸ਼ਰਾ ਦੀ ਇੱਕ ਵੀਡੀਓ ਸ਼ੇਅਰ ਕੀਤੀ ਹੈ ਜਿਸ ਨੂੰ ਹੁਣ ਕੰਗਣਾ ਰਣੌਤ ਨੇ ਵੀ ਰੀਟਵੀਟ ਕੀਤਾ ਸੀ। ਕੰਗਣਾ ਨੇ ਇਸ ਵੀਡੀਓ ਨੂੰ ਰੀਟਵੀਟ ਕਰਦਿਆਂ ਲਿਖਿਆ ਕਿ ਸਮੱਸਿਆ ਹਿੰਦੂ ਫੋਬਿਕ ਕੰਟੈਂਟ ਦੀ ਨਹੀਂ ਹੈ, ਸਗੋਂ ਇਹ ਰਚਨਾਤਮਕ ਰੂਪ ਨਾਲ ਵੀ ਖਰਾਬ ਹੈ ਅਤੇ ਹਰ ਪੱਧਰ ਤੇ ਇਤਰਾਜ਼ਯੋਗ ਵਿਵਾਦਤ ਸੀਨ ਰੱਖੇ ਗਏ ਹੈ, ਉਹ ਵੀ ਜਾਣ ਬੁੱਝ ਕੇ ਉਹਨਾਂ ਦਰਸ਼ਕਾਂ ਨੂੰ ਟੌਰਚਰ ਕਰਨ ਅਤੇ ਅਪਰਾਧਕ ਇਰਾਦਿਆਂ ਲਈ ਜੇਲ੍ਹ ਭੇਜ ਦਿੱਤਾ ਜਾਣਾ ਚਾਹੀਦਾ ਹੈ। ਕੰਗਣਾ ਨੂੰ ਪਈ ਕੰਗਣਾ ਹੀ ਜਾਣੇ ਕਿ ਉਹ ਕਰਨਾ ਕੀ ਚਾਹੁੰਦੀ ਹੈ। ਆ ਕਿਸਾਨ ਅੰਦੋਲਨ ਨੂੰ ਲੈ ਕੇ ਖਾਸ ਕਰਕੇ ਜਿਹੜੇ ਲੋਕ ਇਸ ਵਕਤ ਇਸ ਸੰਘਰਸ਼ ਦਾ ਹਿੱਸਾ ਬਣੇ ਹੋਏ ਨੇ ਜਾਂ ਹਮਦਰਦੀ ਰੱਖਦੇ ਆ, ਉਹਨਾਂ ਨੂੰ ਤਾਂ ਕੰਗਣਾ ਦਾ ਨਾਂ ਵੀ ਅੱਜ ਕੱਲ੍ਹ ਚੰਗਾ ਨਹੀਂ ਲੱਗ ਰਿਹਾ। ਤੁਹਾਨੂੰ ਪਤਾ ਹੋਣਾ ਹੈ ਕਿ ਜਿਸ ਤਰ੍ਹਾਂ ਦੀਆਂ ਭੱਦੀਆਂ ਟਿੱਪਣੀਆਂ, ਭੱਦੀ ਸ਼ਬਦਾਵਲੀ ਕੰਗਣਾ ਰਣੌਤ ਵਰਤਦੀ ਰਹੀ ਹੈ, ਮੈਨੂੰ ਲੱਗਦਾ ਕਿ ਉਹਦਾ ਕੰਗਣਾ ਹਰ ਇੱਕ ਨੇ ਛਣਕਾਇਆ ਹੈ। ਆ ਹੁਣ ਪਤਾ ਨਹੀਂ ਭੜਾਸ ਕਾਹਦੇ ਤੇ ਕੱਢੇਗੀ। ਤੁਸੀਂ ਦੇਖੋ ਕਿ ਲਗਾਤਾਰ ਉਹ ਇਸ ਤਰ੍ਹਾਂ ਦੇ ਟਵੀਟ ਕਰਦੀ ਸੀ ਜਿਸ ਦੇ ਕਾਰਨ ਟਵਿੱਟਰ ਨੂੰ ਉਹਨਾਂ ਦਾ ਖਾਤਾ ਅਸਥਾਈ ਤੌਰ ਤੇ ਬਲੌਕ ਕਰਨਾ ਪਿਆ। ਜੇ ਇਹ ਇਸ ਤਰ੍ਹਾਂ ਨਾ ਹਟੀ, ਆਉਣ ਵਾਲੇ ਦਿਨਾਂ ਦੇ ਵਿੱਚ ਰਾਸ਼ਟਰਪਤੀ ਟਰੰਪ ਨਾਲ ਵੱਡੀ ਪਾਵਰ ਨਹੀਂ ਰੱਖਦੀ। ਟਰੰਪ ਨੂੰ ਅਗਲੇ ਨੇ ਲਾਲ ਝੰਡੀ ਕਰ ਦਿੱਤੀ ਹੈ। ਹੋ ਸਕਦਾ ਕਿ ਜੇ ਕੰਗਣਾ ਵੀ ਉਸੇ ਤਰ੍ਹਾਂ ਕੰਗਣਾ ਛਣਕਾਉਂਦੀ ਰਹੀ ਜਿਸ ਤਰ੍ਹਾਂ ਟਰੰਪ ਸਾਹਿਬ ਕਰਿਆ ਕਰਦੇ ਸੀ, ਤਾਂ ਖਾਤਾ ਬੀਬਾ ਦਾ ਵੀ ਬੰਦ ਹੋ ਸਕਦਾ ਹੈ। ਤੇ ਅਗਲੀ ਖਬਰ ਵੀ ਕਿਸਾਨੀ ਸੰਘਰਸ਼ ਦੇ ਨਾਲ ਜੁੜੀ ਹੈ। 10 ਗੇੜ ਦੀਆਂ ਮੀਟਿੰਗਾਂ ਹੋ ਚੁੱਕੀਆਂ ਨੇ ਤੇ ਅੱਜ ਜਿਹੜੀ ਮੀਟਿੰਗ ਹੋ ਕੇ ਹਟੀ ਆ ਉਹਦੇ ਵਿੱਚ ਪਤਾ ਲੱਗਿਆ ਕਿ ਕਿਸਾਨਾਂ ਨੇ ਕਈ ਅਹਿਮ ਮੁੱਦੇ ਉਠਾਏ ਆ। ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ਤੇ ਕਿਸਾਨ ਆਮੋ ਸਾਹਮਣੇ ਹੈ। ਅੱਜ 10ਵੇਂ ਦੌਰ ਦੀ ਜਿਹੜੀ ਮੀਟਿੰਗ ਵਿਗਿਆਨ ਭਵਨ ਦੇ ਵਿੱਚ ਹੋਈ, 40 ਕਿਸਾਨ ਜਥੇਬੰਦੀਆਂ ਇਸ ਬੈਠਕ ਦੇ ਵਿੱਚ ਸ਼ਾਮਲ ਹੋਈਆਂ। ਦੂਸਰੇ ਪਾਸਿਓਂ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਸੀ, ਵਣਜ ਰਾਜ ਮੰਤਰੀ ਸੋਮ ਪ੍ਰਕਾਸ਼, ਰੇਲ ਮੰਤਰੀ ਪਿਊਸ਼ ਗੋਇਲ ਤਿੱਕੜੀ ਸੀ। ਤੇ ਦੁਪਹਿਰ ਲਗਭਗ 2:45 ਵਜੇ ਇਹ ਬੈਠਕ ਸ਼ੁਰੂ ਹੋਈ। ਕੇਂਦਰ ਸਰਕਾਰ ਦੇ ਮੰਤਰੀਆਂ ਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਵਿਚਕਾਰ ਕਈ ਅਹਿਮ ਮੁੱਦਿਆਂ ਦੇ ਉੱਤੇ ਚਰਚਾ ਹੋਈ ਹੈ। ਜਾਣਕਾਰੀ ਦੇ ਅਨੁਸਾਰ ਬੈਠਕ ਦੀ ਸ਼ੁਰੂਆਤ ਦੇ ਵਿੱਚ NIA ਵਾਲਾ ਮੁੱਦਾ ਕਿਸਾਨਾਂ ਦੇ ਵੱਲੋਂ ਚੁੱਕਿਆ ਗਿਆ। ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਵੱਲੋਂ ਜਿਹੜੀ ਰਾਸ਼ਟਰੀ ਜਾਂਚ ਏਜੰਸੀ NIA ਹੈ, ਉਹਦੇ ਨੋਟਿਸਾਂ ਦਾ ਮੁੱਦਾ ਬੜੇ ਜ਼ੋਰ ਸ਼ੋਰ ਨਾਲ ਚੁੱਕਿਆ ਗਿਆ। ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਸਾਨੂੰ ਇਹ ਤਾਂ ਦੱਸੋ ਕਿ NIA ਦੇ ਨੋਟਿਸ ਕਿਸਾਨਾਂ ਨੂੰ ਜਾਂ ਕਿਸਾਨਾਂ ਦੀ ਮਦਦ ਕਰਨ ਵਾਲਿਆਂ ਨੂੰ ਕਿਉਂ ਭੇਜੇ ਜਾ ਰਹੇ ਨੇ। ਉਹਨਾਂ ਨੇ ਡਾਢਾ ਇਤਰਾਜ਼ ਪ੍ਰਗਟਾਇਆ। ਉਹਨਾਂ ਕਿਹਾ ਕਿ ਸਰਕਾਰ NIA ਦਾ ਗਲਤ ਤਰੀਕੇ ਨਾਲ ਇਸਤੇਮਾਲ ਕਰ ਰਹੀ ਹੈ। ਪ੍ਰਦਰਸ਼ਨ ਕਰਨ ਅਤੇ ਪ੍ਰਦਰਸ਼ਨ ਦਾ ਸਮਰਥਨ ਕਰਨ ਵਾਲੇ ਲੋਕਾਂ ਨੂੰ ਟਾਰਗੇਟ ਜਾਣਬੁੱਝ ਕੇ ਕੀਤਾ ਜਾ ਰਿਹਾ ਹੈ। ਤੇ ਸਰਕਾਰ ਨੇ ਜਵਾਬ ਦਿੱਤਾ ਕਿ ਜੇਕਰ ਕੋਈ ਬੇਕਸੂਰ ਹੈ ਤਾਂ ਉਹਦੀ ਲਿਸਟ ਦੇ ਦਿਓ, ਅਸੀਂ ਦੇਖ ਲਾਂਗੇ। ਇਹਦਾ ਮਤਲਬ ਹਾਲੇ ਵੀ ਉਹਨਾਂ ਨੂੰ ਲੱਗਦਾ ਕਿ ਕਸੂਰਵਾਰਾਂ ਨੂੰ ਇਹ ਨੋਟਿਸ ਭੇਜੇ ਨੇ। ਪਰ ਅੱਜ ਦੀ ਮੀਟਿੰਗ ਦੇ ਵਿੱਚ ਸਭ ਤੋਂ ਪਹਿਲ ਦੇ ਆਧਾਰ ਤੇ ਇਸ ਮੁੱਦੇ ਨੂੰ ਚੁੱਕਿਆ ਗਿਆ।
दूसरा मुद्दा इस मीटिंग ਦੇ ਵਿੱਚ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ कि 3 ਨੌਜਵਾਨਾਂ ਨੂੰ शिमला ਦੇ ਵਿੱਚ गिरफ्तार ਕੀਤਾ ਗਿਆ ਸੀ, ਭਾਵੇਂ ਬਾਅਦ ਦੇ ਵਿੱਚ ਜ਼ਮਾਨਤ ਤੇ ਰਿਹਾ ਕਰ ਦਿੱਤੇ ਗਏ ਹੈ। शिमला ਦੇ ਵਿੱਚ ਇਹ ਤਿੰਨੇ ਹੀ ਕਿਸਾਨ ਪੁਲਿਸ ਨੇ गिरफ्तार ਕੀਤੇ ਸੀ ਜਦ ਉਹ ਲੋਕਾਂ ਨੂੰ ਲਾਮਬੰਦ ਕਰਨ ਦੇ ਵਾਸਤੇ ਤਿੰਨੇ ਜਾਣੇ ਕਿਸਾਨੀ ਝੰਡੇ ਚੁੱਕੇ ਖੜੇ ਸੀ। ਹੁਣ ਤੁਸੀਂ ਦੇਖੋ, ਜੇਕਰ ਕੋਈ ਵਿਅਕਤੀ ਇਸ ਕਿਸਾਨ ਅੰਦੋਲਨ ਦੇ ਸਮਰਥਨ ਦੇ ਵਿੱਚ ਹੋਵੇ, ਪਤਾ ਲੱਗਿਆ ਸੀ ਕਿ ਸਿੰਘੂ ਸਰਹੱਦ ਤੋਂ शिमला ਗਏ ਸੀ, ਉਹਨਾਂ ਤੇ ਮਾਮਲਾ ਦਰਜ ਕੀਤਾ ਗਿਆ ਸੀ ਕਿ ਬਿਨਾਂ ਆਗਿਆ ਦੇ शिमला ਦੇ ਰਿੱਜ ਮੈਦਾਨ ਦੇ ਵਿੱਚ ਉਹ ਸਮਰਥਨ ਕਰ ਰਹੇ ਸਨ ਇਹਨਾਂ ਜਥੇਬੰਦੀਆਂ ਦਾ, ਕਿਸਾਨਾਂ ਦਾ। ਇਸ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਸ ਹੋਈ ਬੈਠਕ ਦੇ ਵਿੱਚ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਫਿਰ ਭਰੋਸਾ ਦਿੱਤਾ ਕਿ ਕਿਸੇ ਵੀ ਬੇਕਸੂਰ ਨਾਲ ਕੁਝ ਵੀ ਗਲਤ ਨਹੀਂ ਹੋਵੇਗਾ ਤੇ ਦੂਸਰੇ ਪਾਸੇ ਜਾਣਕਾਰੀ ਮਿਲੀ ਹੈ ਕਿ 5-5 ਹਜ਼ਾਰ ਰੁਪਏ ਦੇ ਨਿੱਜੀ ਮੁਚਲਕੇ ਤੇ ਉਹਨਾਂ ਨੂੰ ਜ਼ਮਾਨਤ ਤੇ ਰਿਹਾ ਕਰ ਦਿੱਤਾ ਗਿਆ। ਤੇ ਅਗਲੀ ਗੱਲ ਜਿਹੜੀ ਕਿਸਾਨ ਆਗੂਆਂ ਨੇ ਇਸ ਮੀਟਿੰਗ ਦੇ ਵਿੱਚ ਚੱਕੀ ਉਹ MSP ਦੀ। ਇਸ ਮੀਟਿੰਗ ਦੇ ਵਿੱਚ ਘੱਟੋ ਘੱਟ ਸਮਰਥਨ ਮੁੱਲ ਤੇ ਖੁੱਲ੍ਹ ਕੇ ਚਰਚਾ ਹੋਈ। ਸਰਕਾਰ ਨੇ ਇੱਕ ਵਾਰ ਫਿਰ ਤਿੰਨੇ ਖੇਤੀ ਕਾਨੂੰਨਾਂ ਦੇ ਬਿੱਲਾਂ ਦੇ ਫਾਇਦੇ ਗਿਣਵਾਏ। ਖੇਤੀਬਾੜੀ ਮੰਤਰੀ ਤੋਮਰ ਨੇ ਕਿਹਾ ਕਿ ਅਸੀਂ ਕਿਸਾਨਾਂ ਦੇ ਹਿੱਤਾਂ ਬਾਰੇ ਸੋਚ ਰਹੇ ਹਾਂ, ਜਦੋਂ ਕਿ ਕਿਸਾਨ ਕਹਿੰਦੇ ਸਾਨੂੰ ਲਿਖਤੀ ਕਾਨੂੰਨੀ ਗਰੰਟੀ ਦੇ ਦਿਓ ਜੇ ਤੁਸੀਂ ਇਸ ਦੇ ਹੱਕ ਵਿੱਚ ਤੇ ਹਿੱਤ ਵਿੱਚੋਂ। ਤੇ ਦੂਸਰੇ ਪਾਸੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਗੱਲ ਸਭ ਤੋਂ ਵੱਡਾ ਸਵਾਲ ਹੈ, ਜਿਸ ਚੀਜ਼ ਨੂੰ ਲੈ ਕੇ ਅਸਲ ਦੇ ਵਿੱਚ ਇਹ ਅੰਦੋਲਨ ਸ਼ੁਰੂ ਹੋਇਆ। ਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਨੂੰ ਲੈ ਕੇ ਕੇਂਦਰ ਦੇ ਮੰਤਰੀ ਨੇ ਅੱਜ ਇੱਕ ਵਾਰ ਫਿਰ ਤੋਂ ਸਾਫ਼ ਇਨਕਾਰ ਕਰ ਦਿੱਤਾ। ਖੇਤੀਬਾੜੀ ਮੰਤਰੀ ਨੇ ਇੱਥੋਂ ਤੱਕ ਆਖ ਦਿੱਤਾ ਕਿ ਜੇਕਰ ਕਿਸਾਨ ਚਾਹੁੰਦੇ ਹੀ ਹੈ ਕਿ ਇਹ ਕਾਨੂੰਨ ਰੱਦ ਹੋਣ, ਅਸੀਂ ਤਾਂ ਨਹੀਂ ਰੱਦ ਕਰਨੇ, ਤੁਸੀਂ ਸੁਪਰੀਮ ਕੋਰਟ ਜਾ ਸਕਦੇ ਹੋ। ਪਰ ਕਿਸਾਨਾਂ ਦੇ ਵੱਲੋਂ ਸੁਪਰੀਮ ਕੋਰਟ ਜਾਣ ਤੋਂ ਪਹਿਲਾਂ ਵੀ ਇਨਕਾਰ ਕੀਤੀ ਜਾਂਦੀ ਰਹੀ ਹੈ ਤੇ ਅੱਜ ਹੋਈ ਮੀਟਿੰਗ ਦੇ ਵਿੱਚ ਇੱਕ ਵਾਰ ਫਿਰ ਤੋਂ ਕਿਸਾਨ ਆਗੂਆਂ ਨੇ ਕੋਰੀ ਨਾ ਕਰ ਦਿੱਤੀ। ਬੈਠਕ ਦੇ ਵਿੱਚ ਕੇਂਦਰ ਦੇ ਮੰਤਰੀਆਂ ਨੇ ਖੇਤੀ ਕਾਨੂੰਨ ਰੱਦ ਕਰਨ ਤੋਂ ਇਨਕਾਰ ਕੀਤਾ ਤੇ ਫਿਰ ਇਹਦੇ ਜਵਾਬ ਦੇ ਵਿੱਚ ਕਿਸਾਨਾਂ ਨੇ ਵੀ ਸੁਪਰੀਮ ਕੋਰਟ ਜਾਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਦੱਸਣਾ ਬਣਦਾ ਕਿ 9 ਮੀਟਿੰਗਾਂ ਤਾਂ ਇਹਨਾਂ ਤਿੰਨਾਂ ਹੀ ਮੰਤਰੀਆਂ ਦੇ ਨਾਲ ਹੋ ਚੁੱਕੀਆਂ ਸੀ। ਇੱਕ ਮੀਟਿੰਗ ਅੱਜ ਦੀ ਇਸ ਮੀਟਿੰਗ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਵੀ ਹੋ ਚੁੱਕੀ ਸੀ ਤੇ ਅੱਜ ਦੀ ਇਹ ਮੀਟਿੰਗ ਵੀ ਲਗਭਗ ਪਹਿਲੀਆਂ ਮੀਟਿੰਗਾਂ ਵਰਗੀ ਰਹੀ ਹੈ। ਇੱਕ ਮੀਟਿੰਗ ਦੇ ਵਿੱਚ ਸਿਰਫ ਇਹ ਗੱਲ ਹੋਇਆ ਸੀ ਕਿ ਬਿਜਲੀ ਸੋਧ ਬਿੱਲ ਉਹ ਲਾਗੂ ਨਹੀਂ ਕੀਤਾ ਜਾਏਗਾ ਤੇ ਜਾਂ ਫਿਰ ਜਿਹੜਾ ਪਰਾਲੀ ਸਾੜਨ ਵਾਲਾ ਸੀ। ਅਦਰਵਾਈਜ਼ ਗੱਲ 14 ਅਕਤੂਬਰ ਨੂੰ ਮੀਟਿੰਗਾਂ ਦਾ ਦੌਰ ਸ਼ੁਰੂ ਹੋਇਆ ਸੀ ਅਤੇ ਆ 20 ਤਰੀਕ ਵਾਲੀ ਜਿਹੜੀ ਮੀਟਿੰਗ ਸੀ, ਅੱਜ ਤੱਕ ਮੀਟਿੰਗਾਂ ਦੇ ਵਿੱਚ ਇੱਕ ਦੂਸਰੇ ਨੂੰ ਸੁਣਿਆ ਜਾਂਦਾ ਤੇ ਦਲੀਲਾਂ ਦਿੱਤੀਆਂ ਜਾਂਦੀਆਂ ਨੇ, ਪਰ ਗੱਲ ਕਿਸੇ ਤਣ ਪਤਣ ਲੱਗ ਨਹੀਂ ਸਕੀ। ਤੇ ਇਸ ਮੀਟਿੰਗ ਤੋਂ ਤੁਰੰਤ ਬਾਅਦ ਤੋਮਰ ਹੋਰਾਂ ਨੇ ਕੀ ਕਿਹਾ? ਨਰਿੰਦਰ ਸਿੰਘ ਤੋਮਰ ਕਹਿੰਦੇ ਕਿ ਸਾਡੀ ਅੱਜ ਕੋਸ਼ਿਸ਼ ਸੀ ਕਿ ਕੋਈ ਫੈਸਲਾ ਹੋ ਜਾਵੇ, ਪਰ ਕਹਿੰਦੇ ਕਿਸਾਨ ਯੂਨੀਅਨ ਕਾਨੂੰਨ ਵਾਪਸੀ ਦੀ ਮੰਗ ਤੇ ਅੜੀ ਹੋਈ ਹੈ ਅਤੇ ਸਰਕਾਰ ਖੁੱਲ੍ਹੇ ਮਨ ਦੇ ਨਾਲ ਕਾਨੂੰਨ ਦੇ ਪ੍ਰਬੰਧ ਦੇ ਅਨੁਸਾਰ ਵਿਚਾਰ ਕਰਨ ਵਾਸਤੇ, ਕਾਨੂੰਨਾਂ ਦੇ ਵਿੱਚ ਸੋਧਾਂ ਕਰਨ ਵਾਸਤੇ ਤਿਆਰ ਹੈ। ਉਹਨਾਂ ਕਿਹਾ ਕਿ ਸੁਪਰੀਮ ਕੋਰਟ ਨੇ ਕੁਝ ਸਮੇਂ ਲਈ ਖੇਤੀਬਾੜੀ ਸੁਧਾਰ ਕਾਨੂੰਨਾਂ ਨੂੰ ਮੁਲਤਵੀ ਵੀ ਕੀਤਾ ਹੋਇਆ ਤੇ ਇੱਧਰ ਸਰਕਾਰ ਨੇ ਵੀ ਅੱਜ ਇੱਕ ਪ੍ਰਸਤਾਵ ਕਿਸਾਨ ਆਗੂਆਂ ਨੇ ਦਿੱਤਾ ਕਿ ਜੇ ਤੁਸੀਂ ਸਹਿਮਤ ਹੋਵੋ ਤਾਂ 1 ਤੋਂ 1.5 ਸਾਲ ਤੱਕ ਕਾਨੂੰਨ ਲਾਗੂ ਨਹੀਂ ਕੀਤੇ ਜਾਣਗੇ, ਭਾਵ ਮੁਲਤਵੀ ਕਰ ਦਿੱਤੇ ਜਾਂਦੇ ਹੈ। ਇਸੇ ਦੌਰਾਨ ਕਿਸਾਨ ਯੂਨੀਅਨ ਦੀਆਂ ਵੱਖੋ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਅਸੀਂ ਸਿਰਫ ਇਹਨੂੰ ਮੁਲਤਵੀ ਨਹੀਂ ਕਰਨਾ ਚਾਹੁੰਦੇ, ਇਹਦੇ ਨਾਲ ਸਰਕਾਰ ਗੱਲ ਕਰਨ ਤੇ ਹੱਲ ਲੱਭਣ ਦੇ ਕੋਈ ਹੋਰ ਯਤਨ ਕਰੇ। ਤੇ ਖੇਤੀਬਾੜੀ ਮੰਤਰੀ ਨੇ ਦੱਸਿਆ ਕਿ ਕਿਸਾਨ ਯੂਨੀਅਨ ਦੇ ਨੇਤਾਵਾਂ ਨੇ ਕਿਹਾ ਕਿ ਉਹ ਸਰਕਾਰ ਦੇ ਪ੍ਰਸਤਾਵ ਤੇ ਕੱਲ ਆਪਣੇ ਸਾਰੇ ਲੀਡਰਾਂ ਦੇ ਨਾਲ ਗੱਲਬਾਤ ਕਰਨਗੇ, ਵਿਚਾਰ ਵਟਾਂਦਰਾ ਕਰਨਗੇ। 22 ਜਨਵਰੀ ਨੂੰ ਦੁਪਹਿਰ 12 ਵਜੇ ਫਿਰ ਮੀਟਿੰਗ ਹੋਵੇਗੀ ਤੇ ਆਪਣੇ ਕੀਤੇ ਫੈਸਲੇ ਤੋਂ ਕਿਸਾਨ ਆਗੂ ਦੁਬਾਰਾ 22 ਜਨਵਰੀ ਦੀ ਬੈਠਕ ਦੇ ਵਿੱਚ ਕਿਸਾਨ ਕੇਂਦਰ ਨੂੰ ਜਾਣੂ ਕਰਵਾਉਣਗੇ ਕਿ ਅਸੀਂ ਕਿਹੜੇ ਨਤੀਜੇ ਤੇ ਹਾਂ। ਕੀ 1 ਤੋਂ 1.5 ਸਾਲ ਵਾਸਤੇ ਕਾਨੂੰਨ ਮੁਲਤਵੀ ਕੀਤੇ ਜਾਣ ਜਾਂ ਕਾਨੂੰਨ ਰੱਦ ਹੀ ਕੀਤੇ ਜਾਣ। ਤੇ ਅਗਲੀ ਬੈਠਕ 22 ਜਨਵਰੀ ਨੂੰ ਹੈ। ਸਰਕਾਰ ਨੇ ਕਿਸਾਨਾਂ ਨੂੰ ਪ੍ਰਸਤਾਵ ਦੇ ਦਿੱਤਾ ਹੈ ਕਿ ਇੱਕ ਨਿਸ਼ਚਿਤ ਸਮੇਂ ਲਈ ਕਾਨੂੰਨ ਤੇ ਰੋਕ ਲਗਾ ਦੇਵਾਂਗੇ, ਇੱਕ ਕਮੇਟੀ ਦਾ ਗਠਨ ਕਰ ਦੇਵਾਂਗੇ ਜਿਸ ਵਿੱਚ ਸਰਕਾਰ ਵੀ ਹੋਵੇਗੀ ਅਤੇ ਕਿਸਾਨ ਧਿਰਾਂ ਦੇ ਨੁਮਾਇੰਦੇ ਵੀ ਹੋਣਗੇ ਅਤੇ ਫਿਰ ਵੇਖਾਂਗੇ ਕਿ ਕਿਹੜੇ ਪ੍ਰਸਤਾਵ ਤੇ ਰਾਜੀ ਹੋਇਆ ਜਾਂਦਾ ਹੈ। ਪਰ ਜੇ ਇਹ ਗੱਲ ਮੰਨ ਲਈ ਜਾਂਦੀ ਹੈ ਤਾਂ ਇੱਥੇ ਇਹ ਗੱਲ ਸਾਫ਼ ਹੈ, ਫਿਰ ਅੰਦੋਲਨ ਖਤਮ ਕਰਨਾ ਹੋਵੇਗਾ, ਇਹ ਸਰਕਾਰ ਨੇ ਨਾਲ ਆਖਿਆ। ਹੁਣ ਕਿਸਾਨ ਆਗੂਆਂ ਨੇ ਕੱਲ ਸਿਰ ਜੋੜ ਕੇ ਮੀਟਿੰਗਾਂ ਕਰਨੀਆਂ ਨੇ ਕਿ 22 ਜਨਵਰੀ ਦੀ ਮੀਟਿੰਗ ਦੇ ਵਿੱਚ ਇਹ ਸਰਕਾਰ ਦਾ ਪ੍ਰਸਤਾਵ ਮੰਨਿਆ ਜਾਵੇ ਜਾਂ ਨਾ ਮੰਨਿਆ ਜਾਵੇ।
ਇਹਦੇ ਨਾਲ ਇੱਥੇ ਇੱਕ ਗੱਲ ਹੋਰ ਦੱਸਣੀ ਬਣਦੀ ਹੈ ਕਿ ਰਾਜਨਾਥ ਸਿੰਘ ਹੋਰਾਂ ਨੇ ਪਹਿਲਾਂ ਇੱਕ ਦਿਨ ਕਿਹਾ ਸੀ ਕਿ ਆਪਾਂ ਸਾਲ ਲਾਗੂ ਕਰਕੇ ਦੇਖ ਲਓ, ਜੇ ਉਹਦੇ ਵਿੱਚ ਤੁਹਾਨੂੰ ਲੱਗਿਆ ਕਿ ਕੋਈ ਬੁਰਾਈਆਂ ਨੇ ਤਾਂ ਸਾਲ ਬਾਅਦ ਆਪਾਂ ਇੱਕ ਕਮੇਟੀ ਬਣਾ ਲਾਂਗੇ। ਉਹ ਗੱਲ ਨਹੀਂ ਸੀ ਚੱਲੀ। ਫਿਰ ਤੁਹਾਨੂੰ ਯਾਦ ਹੋਣਾ ਕਿ ਸੁਪਰੀਮ ਕੋਰਟ ਵਿੱਚ ਲਿਆਂਦੀ ਗਈ। ਸੁਪਰੀਮ ਕੋਰਟ ਨੇ 2 ਮਹੀਨੇ ਇੱਕ ਕਮੇਟੀ ਨੂੰ ਦਿੱਤੇ ਨੇ। ਕਮੇਟੀ 19 ਤਰੀਕ ਨੂੰ ਪਲੇਠੀ ਮੀਟਿੰਗ ਕਰ ਚੁੱਕੀ ਹੈ ਅਤੇ 21 ਜਨਵਰੀ ਨੂੰ ਜਿਹੜਾ ਅੱਜ ਦਿਨ ਚੜ੍ਹ ਚੁੱਕਿਆ ਹੈ, ਆਖਿਆ ਜਾ ਰਿਹਾ ਕਿ ਉਹ ਕਿਸਾਨ ਆਗੂਆਂ ਦੇ ਨਾਲ ਗੱਲਬਾਤ ਕਰਨਗੇ। ਪਰ ਕਿਸਾਨ ਆਗੂ ਇੱਕ ਨਹੀਂ ਅਨੇਕਾਂ ਵਾਰ ਆਖ ਚੁੱਕੇ ਹੈ ਕਿ ਅਸੀਂ ਇਸ ਕਮੇਟੀ ਦੇ ਨਾਲ ਮੀਟਿੰਗ ਕੋਈ ਨਹੀਂ ਕਰਨੀ। ਇੱਕ ਵੱਡਾ ਮੁੱਦਾ ਸੀ 26 ਜਨਵਰੀ ਦੀ ਪਰੇਡ ਦਾ। 26 ਜਨਵਰੀ ਦੀ ਪਰੇਡ ਨੂੰ ਲੈ ਕੇ ਸੁਪਰੀਮ ਕੋਰਟ ਨੇ ਸੁਣਵਾਈ ਕੀਤੀ ਹੈ ਤੇ ਉਹ ਕਹਿੰਦੇ ਕਿ ਸਾਡਾ ਇਹਦੇ ਵਿੱਚ ਕੋਈ ਦਖਲ ਅੰਦਾਜ਼ੀ ਕਰਨ ਦਾ ਇਰਾਦਾ ਨਹੀਂ। ਦਿੱਲੀ ਪੁਲਿਸ ਆਪਣੇ ਪੱਧਰ ਤੇ ਅਮਨ ਕਾਨੂੰਨ ਦੀ ਸਥਿਤੀ ਦੇ ਮੁਤਾਬਕ ਫੈਸਲਾ ਲੈ ਸਕਦੀ ਹੈ। ਕੱਲ ਵੀ ਮੀਟਿੰਗ ਹੋਈ ਸੀ, ਦਿੱਲੀ ਪੁਲਿਸ ਨਾਲ ਹੋਈ ਸੀ, ਇਸੇ ਟਰੈਕਟਰ ਪਰੇਡ ਨੂੰ ਲੈ ਕੇ ਹੋਈ ਸੀ ਤੇ ਗੱਲਬਾਤ ਕੱਲ ਵੀ ਕਿਸੇ ਨਤੀਜੇ ਤੇ ਨਹੀਂ ਸੀ ਪਹੁੰਚੀ ਤੇ ਅੱਜ ਦੁਬਾਰਾ ਫੇਰ ਮੀਟਿੰਗ ਹੋਈ ਤੇ ਮੀਟਿੰਗ ਦੇ ਵਿੱਚ ਸਿੱਟਾ ਫੇਰ ਕੋਈ ਨਹੀਂ ਨਿਕਲ ਸਕਿਆ। ਇਹ ਬੈਠਕ ਦਿੱਲੀ ਦੇ ਵਿਗਿਆਨ ਭਵਨ 'ਚ ਹੋ ਰਹੀ ਸੀ। ਕਿਸਾਨ ਆਗੂਆਂ ਨੇ ਕਿਹਾ ਕਿ ਅਸੀਂ ਆਪਣਾ ਰੋਡ ਮੈਪ ਪੁਲਿਸ ਨੂੰ ਦੇ ਦਿੱਤਾ, ਹੁਣ ਪੁਲਿਸ ਇਹ ਸਭ ਕੁਝ ਵੇਖੇ ਕਿ ਸਾਨੂੰ ਕਿਹੜਾ ਰਸਤਾ ਦੇਣਾ ਹੈ। ਫਿਲਹਾਲ ਬੈਠਕ ਦੀ ਅਗਲੀ ਤਰੀਕ ਕੋਈ ਨਿਸ਼ਚਿਤ ਤਾਂ ਨਹੀਂ ਕੀਤੀ ਗਈ, ਪਰ ਦੱਸਣਾ ਬਣਦਾ ਹੈ ਕਿ ਕਿਸਾਨ ਆਗੂਆਂ ਨੇ ਜਾਂ ਕਿਸਾਨ ਜਥੇਬੰਦੀਆਂ ਨੇ ਆਖੀਏ 26 ਜਨਵਰੀ ਨੂੰ ਗਣਤੰਤਰ ਦਿਵਸ ਦੀ ਟਰੈਕਟਰ ਪਰੇਡ ਦਾ ਐਲਾਨ ਕੀਤਾ ਹੋਇਆ ਕਿ ਅਸੀਂ ਕੱਢਾਂਗੇ, ਜਿਸ ਨੂੰ ਰੋਕਣ ਵਾਸਤੇ ਦਿੱਲੀ ਪੁਲਿਸ ਨੇ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਵੀ ਦਾਇਰ ਕੀਤੀ ਸੀ। ਦਿੱਲੀ ਪੁਲਿਸ ਦੀ ਇਸ ਪਟੀਸ਼ਨ ਤੇ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਸਾਫ਼-ਸਾਫ਼ ਆਖਿਆ ਸੀ ਇਸ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਦਖਲ ਨਹੀਂ ਦੇਵੇਗੀ, ਇਹ ਮਾਮਲਾ ਕਾਨੂੰਨ ਵਿਵਸਥਾ ਦਾ ਹੈ। ਦਿੱਲੀ ਪੁਲਿਸ ਇਸ ਮਾਮਲੇ ਨੂੰ ਖੁਦ ਦੇਖੇ, ਖੁਦ ਇਹਦੇ ਤੇ ਕੋਈ ਫੈਸਲਾ ਲਵੇ। ਦਿੱਲੀ ਪੁਲਿਸ ਅਤੇ ਕਿਸਾਨ ਆਗੂ ਇਸ ਮੁੱਦੇ ਤੇ ਹੁਣ ਵਿਚਾਰ ਕਰ ਰਹੇ ਸੀ, ਪਰ ਗੱਲ ਕੋਈ ਤਣ ਪੱਤਣ ਲੱਗੀ ਨਹੀਂ। ਕੱਲ ਦੀ ਮੀਟਿੰਗ ਵਿੱਚ ਵੀ ਇਹੋ ਹੀ ਹੋਇਆ ਸੀ। ਕਿਸਾਨ ਆਗੂ ਨੇ ਦੱਸ ਦਿੱਤਾ ਸੀ ਕਿ ਸਾਡਾ ਰੋਡ ਕੀ ਹੈ, ਅਸੀਂ ਕਿੱਥੋਂ ਸ਼ੁਰੂ ਕਰਾਂਗੇ, ਕਿੱਥੇ ਕਿੱਥੇ ਜਾਵਾਂਗੇ। ਤੇ ਗੱਲ ਜਿਹੜੀ ਮੀਟਿੰਗ ਹੋਈ ਸੀ ਉਹ ਸਿੰਘੂ ਬਾਰਡਰ ਤੇ ਹੋਈ ਸੀ ਤੇ ਕੱਲ ਦੀ ਬੈਠਕ ਦੇ ਵਿੱਚ ਵੀ ਕੋਈ ਫੈਸਲਾ ਨਹੀਂ ਸੀ, ਪਰ ਰੋਡ ਮੈਪ ਸੌਂਪ ਦਿੱਤਾ ਗਿਆ ਸੀ। ਹੁਣ ਕਿਸਾਨ ਆਗੂ ਨੇ ਜਿਹੜੀਆਂ ਮੁੱਖ ਮੰਗਾਂ ਜਾਂ ਗੱਲਾਂ ਰੱਖੀਆਂ, ਉਹ ਕਹਿੰਦੇ ਕਿਸੇ ਵੀ ਹਾਲ ਦੇ ਵਿੱਚ ਅਸੀਂ ਪਰੇਡ ਕੱਢਣ ਤੋਂ ਪਿੱਛੇ ਨਹੀਂ ਹਟਣਾ। ਸਾਡਾ 26 ਜਨਵਰੀ ਦਾ ਪ੍ਰੋਗਰਾਮ ਤੈਅ ਕੀਤਾ ਹੋਇਆ ਉਹ ਕਰਾਂਗੇ ਜ਼ਰੂਰ। ਇਹ ਟਰੈਕਟਰ ਪਰੇਡ ਦਿੱਲੀ ਦੇ ਅੰਦਰ ਕੱਢਣ ਵਾਸਤੇ ਆਖਿਆ ਤੇ ਕੱਢਾਂਗੇ ਜ਼ਰੂਰ। ਇਹ ਟਰੈਕਟਰ ਪਰੇਡ ਸ਼ਾਂਤੀਪੂਰਨ ਢੰਗ ਨਾਲ ਕੱਢੀ ਜਾਵੇਗੀ। ਇਸ ਟਰੈਕਟਰ ਪਰੇਡ ਦੇ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਸਮੁੱਚੇ ਭਾਰਤ ਦੇ ਵਿੱਚੋਂ ਹਿੱਸਾ ਲੈਣਗੇ। ਕਿਸਾਨ ਜਥੇਬੰਦੀਆਂ ਦੇ ਆਗੂਆਂ ਵੱਲੋਂ ਮੰਗ ਕੀਤੀ ਗਈ ਹੈ ਕਿ ਉਹ ਦਿੱਲੀ ਦੇ ਆਊਟਰ ਰਿੰਗ ਰੋਡ ਤੇ ਟਰੈਕਟਰ ਪਰੇਡ ਕੱਢਣ ਦੀ ਆਗਿਆ ਉਹਨਾਂ ਨੂੰ ਦਿੱਤੀ ਜਾਵੇ। ਦੱਸਣਾ ਬਣਦਾ ਹੈ ਕਿ 26 ਜਨਵਰੀ ਨੂੰ ਆਊਟਰ ਰਿੰਗ ਰੋਡ ਤੇ ਟਰੈਕਟਰ ਪਰੇਡ ਕੱਢਣ ਦਾ ਐਲਾਨ ਅੱਜ ਦਾ ਨਹੀਂ, ਕਈ ਹਫ਼ਤੇ ਪਹਿਲਾਂ ਦਾ ਕੀਤਾ ਹੋਇਆ। ਪਰ ਹੁਣ ਦਿੱਲੀ ਪੁਲਿਸ ਕਹਿੰਦੀ ਉਹ ਤਾਂ ਆਊਟਰ ਰਿੰਗ ਰੋਡ ਰਹਿ ਹੀ ਨਹੀਂ ਗਿਆ। ਉਹ ਕਹਿੰਦੇ ਠੀਕ ਹੈ, ਜੇ ਤੁਹਾਨੂੰ ਲੱਗਦਾ ਕਿ ਆਊਟਰ ਰਿੰਗ ਰੋਡ ਨਹੀਂ, ਤੁਹਾਨੂੰ ਲੱਗਦਾ ਕਿ ਉੱਥੇ ਦਿੱਲੀ ਦੀ ਹੋਰ ਟ੍ਰੈਫਿਕ ਹੋਏਗੀ। ਕਿਸਾਨ ਕਹਿੰਦੇ ਸਾਨੂੰ ਆਪਣੇ ਪੱਧਰ ਤੇ ਇੱਕ ਸੁਨੇਹਾ ਦਿੱਲੀ ਦੇ ਲੋਕਾਂ ਨੂੰ ਦੇ ਲੈਣ ਦਿਓ ਕਿ ਅਸੀਂ ਟਰੈਕਟਰ ਪਰੇਡ ਕੱਢਣੀ ਹੈ। ਭਾਈ ਤੁਹਾਨੂੰ ਹੱਥ ਜੋੜ ਕੇ ਅਪੀਲ ਕਰਦੇ ਹਾਂ ਕਿ ਇਸ ਇੰਨੇ ਟਾਈਮ ਤੋਂ ਇੰਨੇ ਟਾਈਮ ਵਿੱਚ ਨਾ ਆਇਓ। ਕਹਿੰਦੇ ਦੇਖਿਓ ਲੋਕ ਸਾਡੀ ਗੱਲ ਮੰਨ ਲੈਣਗੇ। ਪਰ ਦਿੱਲੀ ਪੁਲਿਸ ਦੀ ਜ਼ੁਬਾਨ ਬੰਦ ਸੀ। 56-57 ਜਾਂ ਇਹ ਆਖਿਆ ਜਾ ਸਕਦਾ ਕਿ ਹੁਣ ਤਾਂ ਲਗਭਗ 2 ਮਹੀਨੇ ਹੋ ਗਏ ਕਿਸਾਨ ਉੱਥੇ ਬੈਠਿਆ ਤੇ ਸ਼ਰਤ ਇਹੀ ਹੈ ਕਿ ਕਾਨੂੰਨ ਰੱਦ ਕਰ ਦਿਓ। ਪਰ ਹਾਲੇ ਤੱਕ ਕਾਨੂੰਨ ਰੱਦ ਕਰਨ ਦੇ ਉੱਤੇ ਸਰਕਾਰ ਆਈ ਨਹੀਂ, ਲਕੀਰ ਮਾਰਨ ਤੇ ਸਰਕਾਰ ਆਈ ਨਹੀਂ। ਆ ਕਿਸਾਨ ਅੰਦੋਲਨ ਦੇ ਨਾਲ ਜੁੜੀਆਂ ਹੋਰ ਕਈ ਖਬਰਾਂ ਜਾਂ ਦੁਨੀਆ ਦੀਆਂ ਹੋਰ ਕਈ ਵੱਡੀਆਂ ਖਬਰਾਂ ਵੀ ਇਸ ਹਿੱਸੇ ਦੇ ਵਿੱਚ ਸ਼ਾਮਲ ਕੀਤੀਆਂ ਜਾ ਸਕਦੀਆਂ ਹੁੰਦੀਆਂ ਨੇ, ਪਰ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜਾ ਆਪਣੀ ਜਾਨ ਕੁਰਬਾਨ ਕਰ ਗਿਆ ਉਹਨੂੰ ਇਸ ਪ੍ਰੋਗਰਾਮ ਦੇ ਵਿੱਚ ਸਥਾਨ ਜ਼ਰੂਰ ਦਿੱਤਾ ਜਾਵੇ ਅਤੇ ਉਹਨਾਂ ਪਰਿਵਾਰਾਂ ਦੇ ਨਾਲ ਸਾਡੀ ਦਿਲੋਂ ਹਮਦਰਦੀ ਵੀ ਹੈ ਅਤੇ ਵਿਛੜ ਚੁੱਕੀਆਂ ਜਾਨਾਂ ਵਾਸਤੇ ਅਸੀਂ ਅਰਦਾਸ ਵੀ ਕਰਦੇ ਹਾਂ ਕਿ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਵੀ ਦੇਵੇ। ਇਹਦੇ ਤੋਂ ਪਹਿਲਾਂ ਕਿ ਸਾਰੀਆਂ ਕਿੰਨੀਆਂ ਜਾਨਾਂ ਅੱਜ ਕੁਰਬਾਨ ਹੋਈਆਂ ਨੇ ਉਹਨਾਂ ਦੀ ਜਾਣਕਾਰੀ ਦੇਵਾਂ। ਕੱਲ ਇੱਕ ਬੜੀ ਮੰਦਭਾਗੀ ਖਬਰ ਸੂਰਤ ਦੇ ਵਿੱਚੋਂ ਮਿਲੀ ਸੀ ਕਿ ਸੁੱਤੇ ਪਏ ਰਾਜਸਥਾਨ ਦੇ ਮਜ਼ਦੂਰਾਂ ਦੇ ਉੱਤੇ ਇੱਕ ਟਿੱਪਰ ਜਾ ਚੜਿਆ ਸੀ, ਟਰੱਕ ਜਾ ਚੜਿਆ ਸੀ, ਜਿਹਦੇ ਨਾਲ ਕਈ ਮੌਤਾਂ ਹੋ ਗਈਆਂ ਸੀ। ਉਹਦੇ ਤੁਰੰਤ ਬਾਅਦ ਪ੍ਰਧਾਨ ਮੰਤਰੀ ਦਫ਼ਤਰ ਦੇ ਵੱਲੋਂ ਅਫਸੋਸ ਵੀ ਪ੍ਰਗਟਾਇਆ ਗਿਆ। ਉਹਨਾਂ ਨੂੰ 2-2 ਲੱਖ ਰੁਪਏ ਦਾ ਮੁਆਵਜ਼ਾ ਵੀ ਦਿੱਤਾ ਗਿਆ। ਜ਼ਖਮੀਆਂ ਦੇ ਇਲਾਜ ਵਾਸਤੇ 50-50 ਹਜ਼ਾਰ ਰੁਪਏ ਦਾ ਵੀ ਦੱਸ ਦਿੱਤਾ ਗਿਆ ਕਿ ਦਿੱਤਾ ਜਾਏਗਾ। ਤੇ ਇਸੇ ਤਰ੍ਹਾਂ ਗੁਜਰਾਤ ਦੇ ਮੁੱਖ ਮੰਤਰੀ ਨੇ ਵੀ ਕੀਤਾ। ਠੀਕ ਹੈ, ਹਰ ਇੱਕ ਮੌਤ ਦੇ ਉੱਤੇ ਦੁੱਖ ਵੀ ਬਣਦਾ ਕਿਉਂਕਿ ਬਹੁਤ ਮੰਦਭਾਗੀ ਘਟਨਾ ਹੈ, ਪਰ ਆਹ ਕਿਸਾਨਾਂ ਦੇ ਉੱਤੇ ਕੀ ਪ੍ਰਧਾਨ ਮੰਤਰੀ ਦਫ਼ਤਰ ਦਾ
कोई ट्वीट तुहानू नज़र आया कि कदे उन्होंने अफसोस प्रगटाया कि कदे उन्होंने आख्या कि जिन्हां दियां जानां इस अंदोलन दौरान चलियां गईयां असीं उन्हां दी भी राशि देवांगे, आर्थिक मदद करांगे? क्यों? इक्को ही मुल्क दे विच भेदभाव क्यों? जे उधर होईयां मौतां दे उत्ते 2-2 लाख रुपया तुरंत ते तुरंत ट्वीट करके हमदर्दी भी प्रगटाई गई है, आ किसानां दीयां मौतां नहीं? ये अपने आप दे विच एक बहुत वड्डा सवाल है। हुण केंद्र दे इन्हां विवादित कानूनां दे खिलाफ लगभग 2 महीने हो गए, लगभग कोई शायद ही इस तरह का दिन होवे जदों कोई बुरी खबर ना मिली होवे कि दिल्ली दे सरहद दे उत्ते डटे किसान किसी न किसी अपनी जान ना गवाउंदे होण। ते अज भी कई खबरां ने, एक तो बाद इस तरह दीयां कई खबरां आ गईयां। जानकारी मिली है कि पिंड ढट दे नौजवान इस संघर्ष के दौरान शहादत दा जाम पी गए है। मृतक नौजवान की पहचान जगजीत सिंह उर्फ बब्बू वजों हुई है। जिहड़ी जानकारी मिली है उसके मुताबक जगजीत सिंह उर्फ बब्बू 14 तरीक नूं दिल्ली अंदोलन वास्ते गया सी। दस्सिया जा रहा है कि जगजीत सिंह बब्बू नूं दिल का दौरा पिया ते दिल का दौरा उन्होंने जानलेवा साबित होया। इस तरह धूरी के नेड़े पैंदा पिंड बुगरा के रहने वाले किसान की टिकरी सरहद ते इस अंदोलन के दौरान मौत हो गई है। जानकारी के अनुसार मृतक किसान का नाम बलदेव सिंह पुत्र हबीर सिंह सी, जो टिकरी सरहद ते किसानी संघर्ष के विच योगदान पाउण वास्ते गया होया सी। इन्हां दी भी सेहत अचानक खराब हुई, घर वापस लिआंदा गया अते पटियाले दे विच उन्हां दा इलाज करवाया जा रहा सी अते इलाज दौरान इन्हां दी भी मौत हो गई। इसे तरह टिकरी सरहद तो एक होर दुखद खबर सामने आई है। धरने दौरान पिंड तुंगा के किसान 65 वरियां दे धन्ना सिंह की दिल का दौरा पैण कारण मौत हो गई है। दस्सिया जा रहा कि मृतक किसान का अंतिम संस्कार उन्हां दे पिंड तुंगा दे विखे कीता जावेगा। इस मौके दिल्ली दे विच संघर्ष कर रहे भारतीय किसान यूनियन एकता उगराहां दे ब्लॉक प्रधान हरमेल सिंह तुंगा ने दस्सिया कि मृतक किसान धन्ना सिंह पिंड इकाई का मीत प्रधान सी, जिसने भारतीय किसान यूनियन एकता उगराहां दे विच लंबा समा सेवा निभाई है। वो अपना ट्राली ट्रैक्टर लैके टिकरी सरहद ते साथियों समेत सेवा निभा रहा सी। उन्होंने दस्सिया कि किसान धन्ना सिंह बीती रात रोटी खा के सुते अते सवेरे उठे नहीं, मृतक पाए गए। किसान नूं ठंड लगी तो ठंड का प्रकोप ना सहारते हुए शहादत का जाम पी गया। तो हुण ये खबरां एक नहीं, इस ही दरम्यान एक होर खबर मिली है कि एक व्यक्ति ने जहरीली चीज़ कोई खा के आत्म हत्या कर ली है। तो किसान नूं इलाज वास्ते दिल्ली के संजय गांधी हस्पताल दे विच भर्ती करवाया गया सी, पर रात के लगभग 2:30 बजे उन्हां दी मौत हो गई है। जानकारी अनुसार सिर्फ 42 वरियां दे जय भगवान राम, जी हाँ, एक किसान रोहतक के पिंड पाकसमा के रहने वाले सन। बीते कई दिनों तो किसान अंदोलन दे विच जय भगवान सेवा कर रहा सी। जय भगवान किसानां दी मंग पूरी ना होण कारण नाराज दसे जा रहे सन ते उन्होंने कोई जहरीली चीज़ खा के अपनी आत्म हत्या की है। पर उहदे तो पहला भारत के लोगों के नाम एक चिट्ठी छड्ड के गए। चिट्ठी च जय भगवान ने खेती कानूनों के हल का रस्ता लिखिया। जय भगवान ने लिखिया कि हर राज चों 2-2 किसान नेता बुलाओ, जेकर ज़्यादातर खेती कानूनों का विरोध करन तां सरकार नूं इह कानून तुरंत रद्द कर देने चाहिए ने। उन्हां दी लिखी इस चिट्ठी विच इह सुझाव किसान नेतावां नूं भी दिता गया। जय भगवान ने लिखिया कि जेकर खेती कानूनों के पक्ष विच ज़्यादा लोग होण तां अंदोलन खत्म कर देना चाहिए। सो अपनी चिट्ठी जाण तो पहलां वो लिख के इस जहान नूं अलविदा आ गए है। हुण देखो, बीते दिनां दे विच बहुते किसान ते मजदूरां दीयां मौतां होईयां ने, पर तुहानूं याद होना है कि राम सिंह सिंगड़े वाले वो आत्म हत्या कर गए सी। इसे तरह एक वकील सी, उन्होंने आत्म हत्या की सी। पर अज एक ਸਿੰਘੂ सरहद ते आड़तीआ भी अपनी जान इस अंदोलन के लेखे ला गया। जानकारी मिली है कि ਸਿੰਘੂ सरहद ते इस अंदोलन के दौरान चमकौर साहब के आड़तीए सोहण लाल, जिन्हां दी उम्र लगभग 52 कबरे दसी जा रही है, दिल का दौरा पैण कारण अपनी जान इस अंदोलन के लेखे ला गए। मृतक सोहण लाल का शमशान घाट चमकौर साहब दे विच संस्कार कर दिता गया। मार्केट कमेटी के वाइस चेयरमैन तरलोचन सिंह भंगू ने दस्सिया कि मृतक आड़तीए सोहण लाल ने अपने आड़ती साथियों के नाल ਸਿੰਘੂ सरहद ते
इस अंदोलन दे विच हिस्सा लैण दे वास्ते एक वार नहीं सगों तीजी वार उस अंदोलन का हिस्सा बनना चाਹਿਆ ਸੀ ਅਤੇ ਉੱਥੇ ਹਿੱਸੇਦਾਰ बने हुए सी। पर सोहन लाल की उत्थे अचानक सेहत विगड़ी तो उन्होंने सौनीपत के एक प्राइवेट हस्पताल लिजाया गया। पर डॉक्टरों ने दस्सिया कि उन्होंने दिल का दौरा पिया ਅਤੇ उन्होंने PGI चंडीगढ़ ਦੇ ਵਿੱਚ रैफर किया गया जिथे उन्हों की मौत हो गई है। तुसी देखो कि अज ही एक तो बाद एक किन्नियां मौतां हो गई ने, किसी पासे कोई ट्वीट नहीं। अज की मीटिंग विच भी केंद्रीय मंत्रियों ने कोई अफसोस नहीं प्रगटाया। ये अपने आप दे विच बहुत हैरानीजनक गल है। सिर्फ कानून बनाने, हुण कानून तो पिछे ना हटना ते अपने लोगों की मंग ना मननी, जिन्हां ने चुन के किसी नूं खेतीबाड़ी मंत्री ते किसी नूं प्रधान मंत्री ते किसी नूं कोई होर अहुदा दे दिता है। असल दे विच भारत का संविधान लोगों ने बनाया ते लोगों लई बनाया सी। हुण उस संविधान दे विच तुसीं देखो कि किन्नियां तरमीमां सोधां कर दित्तियां ने। इस सरकार ने आके भी कोई कसर नहीं छड्डी। जां तां इह होवे कि अज तक भारत के संविधान दे विच जिहड़ा कानून बन गया मुड़ के उहदे च सोध ही नहीं हुई, फिर किसान भी मन लैंदे, किसान आगू भी मन लैंदे कि भाई ठीक है अज तक जो लिख दिता वो कदे पलटाया ही नहीं गया। पहले लिखे कानून भी पलटा दिते गए ने, बहुत सारे कानूनों दे विच सोधां भी कर दित्तियां गईयां ने, पर आह कानून सोधण तो भाव इस कानून नूं रद्द करन तो सरकार इस वक्त पिछे नहीं हट रही। वेखदे हां कि 22 जनवरी की मीटिंग दे विच किसान जिहड़ा प्रस्ताव केंद्र सरकार ने दे के भेजिया कि साल डेढ़ साल कानून मुअत्तल करदे हां, उहदे तो बाद कमेटी बनावांगे, कमेटी जिहड़े सिफारिशां देवेगी फिर उस तरह दीयां सोधां कर देंगे कि इस गल ते राजी हुंदे आ। पर जेकर किसान इस प्रस्ताव नूं स्वीकार करदे है तां फिर यह धरना चुकना पवेगा। सो वेखांगे 22 जनवरी की एक बार फिर तो उड़ीक करांगे। सो दोस्तों ये सन अज दीयां कुछ खबरां। जेकर चंगियां लगियां ने लाइक भी कर दिओ, शेयर भी कर दिओ, ते जेकर हाले तक अपने इस चैनल नूं तुसीं सबसक्राइब नहीं किया तो कृपा करके सबसक्राइब करके नोटिफिकेशन वाली घंटी जरूर ऑन कर लिओ। तुहाडे धन्नवादी होवांगे। जाण तो पहलां कहांगा जिंदगी जिंदा दिली का नाम है। दविंदर सिंह बैनीपाल नूं आग्या दिओ। सत श्री अकाल ते रब राखा।